ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਨੋਵਾ ਸਕੋਸ਼ੀਆ ਵੱਲੋਂ ਸਖਤੀ ਬਾਅਦ ਰਾਹਤ ਦੀ ਖਬਰ, ਅਜੇ ਨਹੀਂ ਬੰਦ ਹੋਏ ਪੀਆਰ ਦੇ ਰਸਤੇ। ਪਾਸਪੋਰਟ ਹਾਸਲ ਕਰਨ 'ਚ ਦੇਰੀ ਤੇ ਟਰੂਡੋ ਦਾ ਬਿਆਨ, ਕਿਹਾ ਏ ਦੇਰੀ ਨਹੀਂ ਮਨਜ਼ੂਰ। ਮਹਿੰਗਾਈ ਨੇ ਤੋੜਿਆ 4 ਦਹਾਕਿਆਂ ਦਾ ਰਿਕਾਰਡ, ਮਹਿੰਗਾਈ ਦਰ ਪਹੁੰਚੀ 7.7% ਤੇ। ਫਿਲਮਾਂ ਦੇਖਣੀਆਂ ਹੋਈਆਂ ਹੋਰ ਮਹਿੰਗੀਆਂ, ਆਨਲਾਈਨ ਟਿਕਟਾਂ ਦੀ ਕੀਮਤ ਵਿੱਚ ਵਾਧਾ। ਨੋਵਾ ਸਕੋਸ਼ੀਆ ਵੱਲੋਂ ਆਪਣੇ ਪੀਆਰ ਪ੍ਰੋਗਰਾਮ ਵਿੱਚ ਅਚਾਨਕ ਤਬਦੀਲੀ ਕੀਤੀ ਗਈ, ਜਿਸ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ। ਬਹੁਤਿਆਂ ਨੂੰ ਲੱਗ ਰਿਹਾ ਸੀ ਕਿ ਪੀਆਰ ਦਾ ਰਸਤਾ ਹੁਣ ਬੰਦ ਹੋ ਚੁੱਕਿਆ ਹੈ, ਪਰ ਕੀ ਵਾਕਈ ਇਹ ਰਸਤਾ ਬੰਦ ਹੋ ਚੁੱਕਿਆ ਹੈ? ਇਸ ਬਾਰੇ ਐਕਸਪਰਟਸ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਮਾਹਿਰਾਂ ਦਾ ਕਹਿਣਾ ਹੈ ਕਿ ਨੋਵਾ ਸਕੋਸ਼ੀਆ ਸੂਬੇ ਵੱਲੋਂ ਜੋ ਆਪਣੇ ਪ੍ਰੋਗਰਾਮ ਵਿੱਚ ਬਦਲਾਵ ਕੀਤਾ ਗਿਆ, ਤਬਦੀਲੀ ਕੀਤੀ ਗਈ, ਉਸ ਤੋਂ ਬਾਅਦ ਵੀ ਪੀਆਰ ਦਾ ਰਸਤਾ ਅਜੇ ਬੰਦ ਨਹੀਂ ਹੋਇਆ। ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਤੁਸੀਂ ਇਸ ਸੂਬੇ ਵਿੱਚ ਪੀਆਰ ਹਾਸਲ ਕਰ ਸਕਦੇ ਹੋ। ਨੋਵਾ ਸਕੋਸ਼ੀਆ ਸੂਬੇ ਵੱਲੋਂ ਪੀਆਰ ਨਿਯਮਾਂ ਵਿੱਚ ਜੋ ਬਦਲਾਵ ਕੀਤਾ ਗਿਆ, ਉਸ ਤੋਂ ਬਾਅਦ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ। ਜੀ ਹਾਂ, ਨੋਵਾ ਸਕੋਸ਼ੀਆ ਵੱਲੋਂ ਨਿਯਮਾਂ ਵਿੱਚ ਜੋ ਬਦਲਾਵ ਕੀਤਾ ਗਿਆ, ਉਸ ਤੋਂ ਬਾਅਦ ਵੀ ਪੀਆਰ ਦੇ ਰਸਤੇ ਬੰਦ ਨਹੀਂ ਹੋਏ। ਦਰਅਸਲ ਨੋਵਾ ਸਕੋਸ਼ੀਆ ਸੂਬਾ ਸਰਕਾਰ ਵੱਲੋਂ ਕੈਨੇਡੀਅਨ ਪੀਆਰ ਦੇ ਆਪਣੇ ਫਾਸਟ ਟਰੈਕ ਪ੍ਰੋਗਰਾਮ ਵਿੱਚ ਅਚਾਨਕ ਹੀ ਬਦਲਾਵ ਕਰ ਦਿੱਤਾ ਗਿਆ। ਇਸ ਤੋਂ ਬਾਅਦ ਨੋਵਾ ਸਕੋਸ਼ੀਆ ਪ੍ਰੋਵਿੰਸ ਰਾਹੀਂ ਕੈਨੇਡਾ ਦੀ ਪੀਆਰ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਕਾਫੀ ਜ਼ਿਆਦਾ ਚਿੰਤਾ ਹੋਈ। ਪਰ ਇਮੀਗ੍ਰੇਸ਼ਨ ਐਕਸਪਰਟਸ ਦੇ ਦੱਸਣ ਮੁਤਾਬਕ ਫਿਲਹਾਲ ਵੀ ਨੋਵਾ ਸਕੋਸ਼ੀਆ ਵਿੱਚ ਪੀਆਰ ਲੈਣ ਦੇ ਰਸਤੇ ਬੰਦ ਨਹੀਂ ਹੋਏ। ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਨੋਵਾ ਸਕੋਸ਼ੀਆ ਵੱਲੋਂ ਕੀ ਬਦਲਾਵ ਕੀਤੇ ਗਏ। ਜੀ ਹਾਂ, ਨੋਵਾ ਸਕੋਸ਼ੀਆ ਦੇ ਲੇਬਰ ਐਂਡ ਇਮੀਗ੍ਰੇਸ਼ਨ ਵਿਭਾਗ ਵੱਲੋਂ 9 ਜੂਨ ਤੋਂ ਸਿਰਫ ਉਹਨਾਂ ਬਿਨੇਕਾਰਾਂ ਨੂੰ ਹੀ ਵਰਕ ਪਰਮਿਟ ਦੇਣ ਦਾ ਫੈਸਲਾ ਲਿਆ ਗਿਆ ਜਿਨ੍ਹਾਂ ਨੇ ਆਪਣੀ ਪੜ੍ਹਾਈ ਨੋਵਾ ਸਕੋਸ਼ੀਆ ਵਿੱਚ ਹੀ ਪੂਰੀ ਕੀਤੀ ਹੋਵੇ। ਇਸ ਤੋਂ ਪਹਿਲਾਂ ਹੋਰਨਾਂ ਪ੍ਰੋਵਿੰਸਸ ਵਿੱਚੋਂ ਪੜ੍ਹਾਈ ਕਰਕੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਨੋਵਾ ਸਕੋਸ਼ੀਆ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਅਧੀਨ ਕੈਨੇਡਾ ਦੀ ਪੀਆਰ ਹਾਸਲ ਕਰਦੇ ਸਨ। ਹੁਣ ਐਕਸਪਰਟਸ ਵੱਲੋਂ ਇਸ ਪ੍ਰੋਗਰਾਮ ਬਾਰੇ ਕਿਹਾ ਜਾ ਰਿਹਾ ਹੈ ਕਿ ਨੋਵਾ ਸਕੋਸ਼ੀਆ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਵਿੱਚ ਜੋ ਬਦਲਾਵ ਕੀਤਾ ਗਿਆ, ਇਸ ਦਾ ਮਕਸਦ ਵੱਧ ਵਿਅਕਤੀਆਂ ਨੂੰ ਪ੍ਰੋਵਿੰਸ ਵਿੱਚ ਆਕਰਸ਼ਿਤ ਕਰਨ ਅਤੇ ਉਹਨਾਂ ਨੂੰ ਇਸ ਪ੍ਰੋਵਿੰਸ ਵਿੱਚ ਰੱਖਣ ਦਾ ਹੈ। ਇਸ ਤੋਂ ਪਹਿਲਾਂ ਨੋਵਾ ਸਕੋਸ਼ੀਆ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਵੀ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਸੀ। ਹੁਣ ਇਮੀਗ੍ਰੇਸ਼ਨ ਐਕਸਪਰਟਸ ਇਸ ਬਾਰੇ ਕਹਿੰਦੇ ਨੇ ਕਿ ਅਜੇ ਹੋਰ ਮੌਕੇ ਵੀ ਬਰਕਰਾਰ ਹਨ। ਇਨ੍ਹਾਂ ਐਕਸਪਰਟਸ ਦਾ ਕਹਿਣਾ ਹੈ ਕਿ ਨੌਜਵਾਨਾਂ ਕੋਲ ਬਹੁਤ ਮੌਕੇ ਹਨ, ਇਹ ਮੌਕੇ ਖਤਮ ਨਹੀਂ ਹੋਏ ਅਤੇ ਉਹ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਤੇ ਹੋਰਨਾਂ ਪ੍ਰੋਗਰਾਮ ਰਾਹੀਂ ਪੀਆਰ ਹਾਸਲ ਕਰ ਸਕਦੇ ਨੇ। ਇਮੀਗ੍ਰੇਸ਼ਨ ਐਕਸਪਰਟ ਕਹਿੰਦੇ ਹਨ ਕਿ ਸਕਿਲਡ ਵਰਕਰ ਕੈਟੇਗਰੀ ਅਧੀਨ ਅਪਲਾਈ ਕਰਨ ਵਾਸਤੇ ਵੀ ਨੋਵਾ ਸਕੋਸ਼ੀਆ ਵਿੱਚੋਂ ਪੜ੍ਹਾਈ ਕੀਤੀ ਹੋਣੀ ਲਾਜ਼ਮੀ ਨਹੀਂ ਹੈ। ਇਨ੍ਹਾਂ ਐਕਸਪਰਟਸ ਮੁਤਾਬਕ ਆਕੂਪੇਸ਼ਨ ਇਨ ਡਿਮਾਂਡ ਪ੍ਰੋਗਰਾਮ ਵੀ ਨੌਜਵਾਨਾਂ ਵਾਸਤੇ ਇੱਕ ਬਿਹਤਰੀਨ ਚੋਣ ਹੋ ਸਕਦੀ ਹੈ। ਨੋਵਾ ਸਕੋਸ਼ੀਆ ਵਿੱਚ ਕੁਝ ਖੇਤਰਾਂ ਅੰਦਰ ਕਾਮਿਆਂ ਦੀ ਵੱਡੀ ਲੋੜ ਹੈ ਅਤੇ ਇਨ੍ਹਾਂ ਕੈਟੇਗਰੀਜ਼ ਨੂੰ ਇਨ ਡਿਮਾਂਡ ਸ਼੍ਰੇਣੀ ਕਿਹਾ ਜਾਂਦਾ ਹੈ। ਇਸ ਵਿੱਚ ਅਪਲਾਈ ਕਰਨ ਵਾਸਤੇ ਬਿਨੇਕਾਰ ਨੂੰ ਨੋਵਾ ਸਕੋਸ਼ੀਆ ਵਿੱਚ ਪੜ੍ਹਾਈ ਕੀਤੇ ਹੋਣ ਦੀ ਲੋੜ ਨਹੀਂ ਹੈ। ਪਾਸਪੋਰਟ ਹਾਸਲ ਕਰਨ ਵਾਲਿਆਂ ਨੂੰ ਦੇਰੀ ਹੋ ਰਹੀ ਹੈ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਦੌਰਾਨ ਇੱਕ ਵਾਅਦਾ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਸ ਦੇਰੀ ਦਾ ਜਲਦ ਹੀ ਹੱਲ ਕੱਢਿਆ ਜਾਵੇਗਾ। ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਇਹ ਦੇਰੀ ਉਹਨਾਂ ਨੂੰ ਮਨਜ਼ੂਰ ਨਹੀਂ। ਇੰਟਰਵਿਊ ਦੌਰਾਨ ਉਹਨਾਂ ਵੱਲੋਂ ਇਹ ਆਪਣੇ ਵਿਚਾਰ ਸਾਂਝੇ ਕੀਤੇ ਗਏ। ਦੱਸ ਦਈਏ ਕਿ ਇਸ ਸਮੇਂ ਪਾਸਪੋਰਟ ਦਫ਼ਤਰ ਦੇ ਬਾਹਰ ਪਾਸਪੋਰਟ ਹਾਸਲ ਕਰਨ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਜਿਨ੍ਹਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਆਪਣਾ ਪਾਸਪੋਰਟ ਹਾਸਲ ਕਰਨ ਜਾਂ ਫਿਰ ਉਸ ਨੂੰ ਰੀਨਿਊ ਕਰਵਾਉਣ ਸੰਬੰਧੀ। ਕੈਨੇਡਾ ਵਿੱਚ ਪਾਸਪੋਰਟ ਹਾਸਲ ਕਰਨ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਇਹ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਸਰਕਾਰ ਵੱਲੋਂ ਇਸ ਸੰਬੰਧੀ ਜਲਦ ਸਖਤ ਕਦਮ ਚੁੱਕੇ ਜਾਣਗੇ। ਜੀ ਹਾਂ, ਪਾਸਪੋਰਟ ਦੇ ਵਿੱਚ ਜਿਹੜੀ ਦੇਰੀ ਹੋ ਰਹੀ ਹੈ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਾਅਦਾ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਇਸ ਦਾ ਜਲਦ ਹੱਲ ਕੱਢਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦੀ ਸਾਂਝ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਇੰਟਰਵਿਊ ਵਿੱਚ ਪਾਈ ਗਈ, ਜਿੱਥੇ ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਸ ਵੇਲੇ ਬਹੁਤ ਸਾਰੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੂੰ ਇਸ ਸਮੇਂ ਐਂਜ਼ਾਈਟੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਜੋ ਇਸ ਸਮੇਂ ਹਾਲਾਤ ਬਣੇ ਹੋਏ ਨੇ, ਇਹ ਬਰਦਾਸ਼ਤ ਕਰਨ ਵਾਲੇ ਨਹੀਂ ਹਨ ਤੇ ਮੈਂ ਉਹਨਾਂ ਲੋਕਾਂ ਦਾ ਦਰਦ ਸਮਝਦਾ ਹਾਂ ਜਿਹੜੇ ਪਾਸਪੋਰਟ ਹਾਸਲ ਕਰਨ ਦੇ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਾਸਪੋਰਟ ਦਫ਼ਤਰ ਦੇ ਬਾਹਰ ਪਾਸਪੋਰਟ ਹਾਸਲ ਕਰਨ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਦਿਖਾਈ ਦੇ ਰਹੀਆਂ ਨੇ। ਪਿਛਲੇ ਦਿਨੀ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਕਿਵੇਂ ਪਾਸਪੋਰਟ ਦਫ਼ਤਰ ਦੇ ਬਾਹਰ ਲੋਕ ਆਪਣੀਆਂ ਕੁਰਸੀਆਂ ਤੱਕ ਲੈ ਕੇ ਪਹੁੰਚ ਗਏ ਕਿਉਂਕਿ ਉਹਨਾਂ ਨੂੰ ਇੱਥੇ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਉਹਨਾਂ ਵੱਲੋਂ ਰਾਤ ਸਮੇਂ ਇੱਥੇ ਕੈਂਪ ਵੀ ਲਗਾਇਆ ਗਿਆ। ਸਰਵਿਸ ਕੈਨੇਡਾ ਸਮੇਂ-ਸਮੇਂ ਤੇ ਇਸ ਬਾਰੇ ਜਾਣਕਾਰੀ ਦੇ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਪਾਸਪੋਰਟ ਦੀਆਂ ਅਰਜ਼ੀਆਂ ਸੰਬੰਧੀ ਕਾਫੀ ਜ਼ਿਆਦਾ ਬੈਕਲੌਗ ਇਕੱਠਾ ਹੋ ਗਿਆ ਹੈ, ਜਿਸ ਨੂੰ ਜਲਦ ਨਿਪਟਾਉਣ ਸੰਬੰਧੀ ਉਹਨਾਂ ਵੱਲੋਂ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ।
ਉਹਨਾਂ ਵੱਲੋਂ ਸਟਾਫ ਦੀ ਭਰਤੀ ਨੂੰ ਲੈ ਕੇ ਵੀ ਅਪਡੇਟ ਸਾਂਝੀ ਕੀਤੀ ਗਈ ਸੀ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਉੱਪਰ ਜਾਣੀ ਕਿ ਐਪਲੀਕੇਸ਼ਨਸ ਦੇ ਉੱਪਰ ਜਲਦ ਫੈਸਲਾ ਸੁਣਾਉਣ ਦੇ ਸੰਬੰਧ ਵਿੱਚ ਉਹਨਾਂ ਵੱਲੋਂ ਹੋਰ ਵੀ ਕਈਆਂ ਨੂੰ ਕੰਮ ਤੇ ਰੱਖਿਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੌਰਾਨ ਇਸ ਬਾਰੇ ਕੀ ਅਪਡੇਟ ਸਾਹਮਣੇ ਆਉਂਦੀ ਹੈ। ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਹਿ ਦਿੱਤਾ ਗਿਆ ਕਿ ਸਰਕਾਰ ਇਸ ਦਾ ਜਲਦ ਹੀ ਹੱਲ ਕੱਢੇਗੀ। ਉਹਨਾਂ ਵੱਲੋਂ ਇਸ ਬਾਰੇ ਪਾਸਪੋਰਟ ਹਾਸਲ ਕਰਨ ਵਾਲਿਆਂ ਨਾਲ ਵਾਅਦਾ ਕੀਤਾ ਗਿਆ ਹੈ। ਮਹਿੰਗਾਈ ਨੇ ਪਿਛਲੇ 4 ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ। ਲਗਾਤਾਰ ਮਹਿੰਗਾਈ ਵਧਦੀ ਹੀ ਜਾ ਰਹੀ ਹੈ। ਤਾਜ਼ਾ ਅੰਕੜੇ ਦੱਸਦੇ ਨੇ ਕਿ ਮਹਿੰਗਾਈ ਦਰ 7.7% ਦੇ ਉੱਪਰ ਪਹੁੰਚ ਗਈ। ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਬੈਂਕ ਆਫ ਕੈਨੇਡਾ ਵੱਲੋਂ ਇੱਕ ਵਾਰ ਫਿਰ ਤੋਂ ਇੰਟਰਸਟ ਰੇਟ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਕੈਨੇਡਾ ਵਿੱਚ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ। ਇਸ ਮਹਿੰਗਾਈ ਨੇ 4 ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ। ਤਾਜ਼ਾ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਮਹਿੰਗਾਈ ਦਰ 7.7% ਦਰਜ ਕੀਤੀ ਗਈ। ਗੈਸ ਦੀਆਂ ਕੀਮਤਾਂ ਵਿੱਚ 1 ਸਾਲ ਦੌਰਾਨ 48% ਦਾ ਵਾਧਾ ਹੋਇਆ ਹੈ। ਜੀ ਹਾਂ, ਕੈਨੇਡਾ ਵਿੱਚ ਮਹਿੰਗਾਈ ਆਸਮਾਨ ਛੂ ਰਹੀ ਹੈ। ਇਹ ਸਿਲਸਿਲਾ ਮਈ ਮਹੀਨੇ ਦੌਰਾਨ ਵੀ ਜਾਰੀ ਰਿਹਾ, ਜਿੱਥੇ ਮਹਿੰਗਾਈ ਤੇਜ਼ ਰਫ਼ਤਾਰ ਨਾਲ ਵਧੀ ਹੈ। ਸਾਲਾਨਾ ਮਹਿੰਗਾਈ ਦਰ 7.7% ਦਰਜ ਕੀਤੀ ਗਈ, ਜੋ ਕਿ ਪਿਛਲੇ 40 ਸਾਲਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਅੰਕੜੇ ਪੇਸ਼ ਕੀਤੇ ਗਏ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਮਹਿੰਗਾਈ ਦਰ 7.7% ਦਰਜ ਕੀਤੀ ਗਈ। ਸਭ ਤੋਂ ਜ਼ਿਆਦਾ ਵਾਧਾ ਗੈਸ ਦੀਆਂ ਕੀਮਤਾਂ ਵਿੱਚ ਦਰਜ ਕੀਤਾ ਗਿਆ। ਪਿਛਲੇ 12 ਮਹੀਨਿਆਂ ਵਿੱਚ ਗੈਸ ਦੀਆਂ ਕੀਮਤਾਂ 48% ਵੱਧ ਹੋਈਆਂ ਨੇ ਤੇ ਇਕੱਲੇ ਮਈ ਮਹੀਨੇ ਵਿੱਚ ਹੀ ਗੈਸ ਦੀਆਂ ਕੀਮਤਾਂ 12% ਵੱਧ ਦਰਜ ਕੀਤੀਆਂ ਗਈਆਂ। ਖਾਣ ਪੀਣ ਦੀਆਂ ਚੀਜ਼ਾਂ ਦੇ ਭਾਅ ਕਾਫੀ ਉੱਪਰ ਗਏ ਹਨ। ਗ੍ਰੋਸਰੀ ਬਿਲਸ ਵਿੱਚ 1 ਸਾਲ ਅੰਦਰ 9.7% ਦਾ ਵਾਧਾ ਹੋਇਆ। ਫੂਡ ਕੈਟੇਗਰੀ ਵਿੱਚ ਤੇਲ ਅਤੇ ਹੋਰ ਕੁਝ ਚੀਜ਼ਾਂ ਦੇ ਭਾਅ 30% ਤੱਕ ਵੱਧ ਹੋਏ ਨੇ, ਜੋ ਕਿ ਇੱਕ ਰਿਕਾਰਡ ਅੰਕੜਾ ਹੈ। ਹੁਣ ਮਹਿੰਗਾਈ ਦੇ ਪਿੱਛੇ ਵੱਡਾ ਕੀ ਕਾਰਨ ਹੈ, ਇਹ ਵੀ ਦੱਸਿਆ ਜਾ ਰਿਹਾ ਹੈ। ਲਗਾਤਾਰ ਜੋ ਕੈਨੇਡਾ ਵਿੱਚ ਮਹਿੰਗਾਈ ਵਧ ਰਹੀ ਹੈ, ਉਸ ਪਿੱਛੇ ਯੂਕਰੇਨ ਅਤੇ ਰਸ਼ੀਆ ਦੀ ਜੋ ਜੰਗ ਹੈ ਉਸ ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਯੂਕਰੇਨ ਤੋਂ ਆਉਂਦੀਆਂ ਸਨ, ਉਹਨਾਂ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਫਰਨੀਚਰ ਦੀਆਂ ਕੀਮਤਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 15.8% ਵਾਧਾ ਦਰਜ ਕੀਤਾ ਗਿਆ। ਇਹ ਰਿਕਾਰਡ ਵਾਧਾ ਹੈ। ਜ਼ਿਕਰਯੋਗ ਹੈ ਕਿ ਜੋ ਉਮੀਦ ਕੀਤੀ ਗਈ ਸੀ, ਮਹਿੰਗਾਈ ਉਸ ਨਾਲੋਂ ਕਿਤੇ ਜ਼ਿਆਦਾ ਵੱਧ ਦਰਜ ਕੀਤੀ ਗਈ। ਅਪ੍ਰੈਲ ਵਿੱਚ ਕੈਨੇਡਾ ਅੰਦਰ ਮਹਿੰਗਾਈ ਦਰ 6.8% ਦਰਜ ਕੀਤੀ ਗਈ ਸੀ। ਇਹ ਵੀ ਰਿਕਾਰਡ ਪੱਧਰ ਤੇ ਪਹੁੰਚੀ। ਅਰਥ ਸ਼ਾਸਤਰੀਆਂ ਵੱਲੋਂ ਅੰਦਾਜ਼ਾ ਲਗਾਇਆ ਗਿਆ ਕਿ ਮਹਿੰਗਾਈ ਮਈ ਮਹੀਨੇ ਦੌਰਾਨ ਵੱਧ ਹੋਵੇਗੀ, ਪਰ ਇਸ ਪੱਧਰ ਨਾਲ ਵਧੇਗੀ ਇਹ ਉਹਨਾਂ ਵੱਲੋਂ ਉਮੀਦ ਨਹੀਂ ਲਗਾਈ ਗਈ ਸੀ। ਇਕੱਲੇ ਮਈ ਵਿੱਚ ਹੀ ਕੀਮਤਾਂ ਅੰਦਰ 1.4% ਦਾ ਵਾਧਾ ਹੋਇਆ। ਮਈ 2022 ਦਾ ਵਾਧਾ ਪਿਛਲੇ 30 ਸਾਲਾਂ ਦਾ ਰਿਕਾਰਡ ਤੋੜ ਰਿਹਾ ਹੈ। ਦੱਸ ਦਈਏ ਕਿ ਕੈਨੇਡਾ ਦੇ ਲਗਭਗ ਹਰ ਸੂਬੇ ਵਿੱਚ ਮਹਿੰਗਾਈ ਵਧੀ ਹੈ। ਸਸਕੈਚੁਆਨ ਵਿੱਚ ਸਭ ਤੋਂ ਵੱਧ 7% ਵਾਧਾ ਦਰਜ ਕੀਤਾ ਗਿਆ। ਪ੍ਰਿੰਸ ਐਡਵਰਡ ਆਈਲੈਂਡ ਵਿੱਚ ਇਸ ਤੋਂ ਬਾਅਦ 11.1% ਦਾ ਵਾਧਾ ਦੱਸਿਆ ਜਾ ਰਿਹਾ ਹੈ। ਹੁਣ ਜੋ ਲਗਾਤਾਰ ਮਹਿੰਗਾਈ ਵਧ ਰਹੀ ਹੈ, ਇਸ ਕਾਰਨ ਆਮ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹਨ, ਕਿਉਂਕਿ ਇਹਨਾਂ ਲੋਕਾਂ ਨੂੰ ਆਪਣੀਆਂ ਰੋਜ਼ਮਰਾ ਦੀਆਂ ਚੀਜ਼ਾਂ ਖਰੀਦਣ ਵਿੱਚ ਪਰੇਸ਼ਾਨੀ ਹੋ ਰਹੀ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਵਿਆਜ ਦਰਾਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਜਾਵੇ। ਬੈਂਕ ਆਫ ਕੈਨੇਡਾ ਵੱਲੋਂ ਜੁਲਾਈ ਵਿੱਚ ਹੋਣ ਵਾਲੀ ਆਪਣੀ ਬੈਠਕ ਅੰਦਰ ਵਿਆਜ ਦਰਾਂ ਵਿੱਚ 75% ਅੰਕਾਂ ਦਾ ਵਾਧਾ ਕੀਤਾ ਜਾ ਸਕਦਾ ਹੈ। ਪੈਂਡੈਮਿਕ ਦੌਰਾਨ ਆਰਥਿਕਤਾ ਨੂੰ ਲੀਹ ਦੇ ਉੱਪਰ ਰੱਖਣ ਵਾਸਤੇ ਬੈਂਕ ਨੇ ਵਿਆਜ ਦਰਾਂ ਵਿੱਚ ਪਹਿਲਾਂ ਵੀ ਵਾਧਾ ਕੀਤਾ। ਜੇਕਰ ਇੱਕ ਵਾਰ ਫਿਰ ਤੋਂ ਉਹਨਾਂ ਵੱਲੋਂ ਇੰਟਰਸਟ ਰੇਟ ਵਧਾਏ ਜਾਂਦੇ ਨੇ ਤਾਂ ਫਿਰ ਵਿਆਜ ਦਰ 2.25% ਦੇ ਉੱਪਰ ਪਹੁੰਚ ਜਾਏਗੀ, ਜੋ ਕਿ 2008 ਦੀ ਆਰਥਿਕ ਮੰਦੀ ਤੋਂ ਬਾਅਦ ਦੀ ਸਭ ਤੋਂ ਵੱਡੀ ਦਰ ਹੋਵੇਗੀ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੌਰਾਨ ਬੈਂਕ ਆਫ ਕੈਨੇਡਾ ਵੱਲੋਂ ਇਸ ਬਾਰੇ ਕੀ ਫੈਸਲਾ ਲਿਆ ਜਾਂਦਾ ਹੈ। ਫਿਲਮਾਂ ਦੇਖਣੀਆਂ ਹੁਣ ਮਹਿੰਗੀਆਂ ਹੋਣਗੀਆਂ, ਕਿਉਂਕਿ ਜੇਕਰ ਤੁਸੀਂ ਐਪ ਜਾਂ ਫਿਰ ਆਨਲਾਈਨ ਟਿਕਟ ਖਰੀਦਦੇ ਹੋ ਤਾਂ ਇਸ ਵਾਸਤੇ ਤੁਹਾਨੂੰ ਜ਼ਿਆਦਾ ਕੀਮਤ ਦੇਣੀ ਪਏਗੀ। ਸਿਨੇਪਲੈਕਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਪਰ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਸੀਂ ਖੁਦ ਜਾ ਕੇ ਟਿਕਟ ਲੈਂਦੇ ਹੋ ਤਾਂ ਫਿਰ ਤੁਹਾਨੂੰ ਇਹ ਐਕਸਟਰਾ ਪੈਸੇ ਜਿਹੜੇ ਨੇ ਉਹ ਨਹੀਂ ਦੇਣੇ ਪੈਣਗੇ। ਕੈਨੇਡਾ ਵਿੱਚ ਹੁਣ ਫਿਲਮਾਂ ਦੇਖਣੀਆਂ ਮਹਿੰਗੀਆਂ ਹੋ ਰਹੀਆਂ ਨੇ। ਸਿਨੇਪਲੈਕਸ ਵੱਲੋਂ ਆਨਲਾਈਨ ਅਤੇ ਐਪ ਰਾਹੀਂ ਜਿਹੜੀਆਂ ਟਿਕਟਾਂ ਖਰੀਦੀਆਂ ਜਾਣਗੀਆਂ, ਉਹਨਾਂ ਦੇ ਰੇਟ ਵਿੱਚ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਸੀਨ ਪਲੱਸ ਰਿਵਾਰਡ ਪ੍ਰੋਗਰਾਮ ਦੇ ਮੈਂਬਰਸ ਨੂੰ $1 ਦੀ ਛੋਟ ਵੀ ਦਿੱਤੀ ਗਈ ਹੈ। ਜੀ ਹਾਂ, ਫਿਲਮਾਂ ਵੇਖਣ ਦੇ ਕੁਝ ਸ਼ੌਕੀਨਾਂ ਨੂੰ ਸਿਨੇਪਲੈਕਸ ਥੀਏਟਰ ਵਿੱਚ ਫਿਲਮਾਂ ਦੇਖਣ ਵਾਸਤੇ ਵਾਧੂ ਖਰਚਾ ਕਰਨਾ ਪਵੇਗਾ। ਕੈਨੇਡਾ ਦੇ ਸਭ ਤੋਂ ਵੱਡੇ ਫਿਲਮ ਪ੍ਰਦਰਸ਼ਕ ਸਿਨੇਪਲੈਕਸ ਨੇ ਮੋਬਾਈਲ ਐਪ ਅਤੇ ਵੈਬਸਾਈਟ ਰਾਹੀਂ ਜਿਹੜੀਆਂ ਟਿਕਟਾਂ ਖਰੀਦੀਆਂ ਜਾਣਗੀਆਂ, ਉਹਨਾਂ ਦੀ ਕੀਮਤ ਵਿੱਚ ਵਾਧਾ ਕੀਤਾ ਹੈ। ਹਰੇਕ ਟਿਕਟ ਤੇ $1.50 ਦੀ ਬੁਕਿੰਗ ਫੀਸ ਲਗਾਉਣ ਦਾ ਉਹਨਾਂ ਵੱਲੋਂ ਐਲਾਨ ਕੀਤਾ ਗਿਆ। ਇਹ ਕਦਮ ਉਸ ਵੇਲੇ ਆਇਆ ਹੈ ਜਦੋਂ ਕੰਪਨੀ ਨੇ ਡਿਜੀਟਲ ਬੁਨਿਆਦੀ ਢਾਂਚੇ ਵਿੱਚ ਹੋਰ ਇਨਵੈਸਟਮੈਂਟ ਕਰਨ ਅਤੇ ਕੁਝ ਹੋਰ ਗੱਲਾਂ ਦੇ ਬਾਰੇ ਜਾਣਕਾਰੀ ਦਿੱਤੀ ਸੀ। ਹਾਲਾਂਕਿ ਹਰ ਕਿਸੇ ਨੂੰ ਨਵਾਂ ਸਰਵਿਸ ਚਾਰਜ ਨਹੀਂ ਦੇਣਾ ਪਵੇਗਾ। ਸਿਨੇਪਲੈਕਸ ਦਾ ਕਹਿਣਾ ਹੈ ਕਿ ਟਿਕਟ ਕਾਊਂਟਰ ਤੇ ਖਰੀਦੀਆਂ ਗਈਆਂ ਟਿਕਟਾਂ ਵਿੱਚ ਕੋਈ ਵਾਧਾ ਨਹੀਂ ਹੋਵੇਗਾ।
ਨਵੀਂ ਪਾਲਿਸੀ ਮੁਤਾਬਕ ਸੀਨ ਪਲੱਸ ਰਿਵਾਰਡ ਪ੍ਰੋਗਰਾਮ ਦੇ ਮੈਂਬਰਸ ਨੂੰ $1 ਦੀ ਛੋਟ ਵੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਐਂਟਰਟੇਨਮੈਂਟ ਇੰਡਸਟਰੀ ਵਿੱਚ ਸੰਗੀਤ ਸਮਾਰੋਹ, ਲਾਈਵ ਥੀਏਟਰ ਤੇ ਖੇਡ ਸਮਾਗਮ ਆਦਿ ਦੌਰਾਨ ਵੱਡੇ ਇਕੱਠ ਕਰਨ ਵਾਸਤੇ ਸਰਵਿਸ ਚਾਰਜ ਲਗਾਉਣ ਦੀ ਗੱਲ ਆਮ ਹੈ। ਜਦੋਂ ਸਿਨੇਪਲੈਕਸ ਨੇ ਸਾਲ ਪਹਿਲਾਂ ਆਨਲਾਈਨ ਟਿਕਟਾਂ ਦੀ ਸੇਲ ਸ਼ੁਰੂ ਕੀਤੀ ਸੀ ਤਾਂ ਹਰੇਕ ਟਿਕਟ ਵਾਸਤੇ ਬਰਾਬਰ ਪ੍ਰੋਸੈਸਿੰਗ ਫੀਸ ਲਈ ਗਈ ਸੀ। ਇਸ ਤੋਂ ਬਾਅਦ ਸਿਨੇਪਲੈਕਸ ਨੇ ਟਿਕਟਾਂ ਦੀ ਆਨਲਾਈਨ ਸੇਲ ਨੂੰ ਉਤਸ਼ਾਹਿਤ ਕਰਨ ਵਾਸਤੇ ਇਸ ਫੀਸ ਨੂੰ ਖਤਮ ਕੀਤਾ ਸੀ। ਪਰ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਵੱਲੋਂ ਟਿਕਟਾਂ ਦੀ ਕੀਮਤ ਵਿੱਚ ਵਾਧੇ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਵੀ ਗੱਲ ਦੱਸੀ ਗਈ ਹੈ ਕਿ ਕਿੱਥੇ ਕਿਵੇਂ ਟਿਕਟਾਂ ਖਰੀਦਣ ਤੇ ਗ੍ਰਾਹਕਾਂ ਨੂੰ ਸਸਤੀਆਂ ਪੈਣਗੀਆਂ। US ਵਿੱਚ ਵੱਡੇ ਥੀਏਟਰ ਚੈਨਲਸ ਨੇ ਪਹਿਲਾਂ ਹੀ ਆਨਲਾਈਨ ਟਿਕਟਾਂ ਵਿੱਚ ਫੀਸ ਲਗਾਈ ਹੋਈ ਹੈ ਤੇ ਹੁਣ ਇਹ ਕਦਮ ਕੈਨੇਡਾ ਦੇ ਵਿੱਚ ਵੀ ਚੁੱਕਿਆ ਜਾ ਰਿਹਾ ਹੈ, ਜਿਸ ਬਾਰੇ ਸਿਨੇਪਲੈਕਸ ਵੱਲੋਂ ਹੁਣ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਆਨਲਾਈਨ ਅਤੇ ਐਪ ਰਾਹੀਂ ਜਿਹੜੇ ਗ੍ਰਾਹਕ ਟਿਕਟਾਂ ਖਰੀਦਣਗੇ ਉਹਨਾਂ ਨੂੰ ਇਸ ਵਾਸਤੇ ਜ਼ਿਆਦਾ ਕੀਮਤ ਦੇਣੀ ਪਏਗੀ, ਭਾਵ ਕਿ ਟਿਕਟਾਂ ਦੇ ਰੇਟ ਵਿੱਚ ਵਾਧੇ ਦਾ ਐਲਾਨ ਸਿਨੇਪਲੈਕਸ ਵੱਲੋਂ ਕੀਤਾ ਗਿਆ ਹੈ। 9 ਲੱਖ ਤੋਂ ਵੱਧ ਨੌਕਰੀਆਂ ਅਜੇ ਵੀ ਕੈਨੇਡਾ ਵਿੱਚ ਖਾਲੀ ਪਈਆਂ ਹਨ। ਜੀ ਹਾਂ, ਨੌਕਰੀਆਂ ਬਾਰੇ ਤਾਜ਼ਾ ਅੰਕੜਾ ਸਾਹਮਣੇ ਆਇਆ ਜਿਸ ਵਿੱਚ ਪਤਾ ਚੱਲਿਆ ਕਿ 9 ਲੱਖ ਤੋਂ ਵੱਧ ਨੌਕਰੀਆਂ ਖਾਲੀ ਪਈਆਂ ਨੇ। ਇਹਨਾਂ ਖਾਲੀ ਪਈਆਂ ਨੌਕਰੀਆਂ ਨੂੰ ਭਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੈਲਥ ਖੇਤਰ ਵਿੱਚ ਵੀ ਵੱਡੀ ਗਿਣਤੀ ਨੌਕਰੀਆਂ ਅਜੇ ਖਾਲੀ ਪਈਆਂ ਨੇ ਜਿਨ੍ਹਾਂ ਨੂੰ ਭਰਿਆ ਜਾਣਾ ਬਾਕੀ ਹੈ। ਕੈਨੇਡਾ ਤੋਂ ਨੌਕਰੀਆਂ ਬਾਰੇ ਇੱਕ ਤਾਜ਼ਾ ਜਾਣਕਾਰੀ ਸਾਹਮਣੇ ਆਈ ਜਿੱਥੇ ਦੱਸਿਆ ਗਿਆ ਕਿ ਵੱਡੀ ਗਿਣਤੀ ਵਿੱਚ ਅਜੇ ਵੀ ਨੌਕਰੀਆਂ ਖਾਲੀ ਪਈਆਂ ਨੇ। ਜਾਣਕਾਰੀ ਮੁਤਾਬਕ 9 ਲੱਖ ਤੋਂ ਵੱਧ ਨੌਕਰੀਆਂ ਇਸ ਸਮੇਂ ਖਾਲੀ ਪਈਆਂ ਹਨ। ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਅੰਕੜਾ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਪਹਿਲੇ ਕੁਆਰਟਰ ਦੌਰਾਨ 9,57,500 ਦੇ ਕਰੀਬ ਖਾਲੀ ਨੌਕਰੀਆਂ ਨੇ। ਇਹ ਰਿਕਾਰਡ ਅੰਕੜਾ ਸਾਹਮਣੇ ਆਇਆ ਜਿਸ ਬਾਰੇ ਏਜੰਸੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਖਾਲੀ ਪਈਆਂ ਨੌਕਰੀਆਂ ਵਿੱਚ 72% ਦਾ ਵਾਧਾ ਦੱਸਿਆ ਜਾ ਰਿਹਾ ਹੈ। ਸਾਲ 2020 ਦੇ ਪਹਿਲੇ ਕੁਆਰਟਰ ਦੌਰਾਨ 4,01,900 ਦੇ ਕਰੀਬ ਨੌਕਰੀਆਂ ਖਾਲੀ ਸਨ ਤੇ ਪਹਿਲਾਂ ਦੇ ਮੁਕਾਬਲੇ ਇਸ ਵਿੱਚ ਹੁਣ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸਭ ਤੋਂ ਵੱਧ ਨੌਕਰੀਆਂ ਹੈਲਥ ਕੇਅਰ ਸੈਕਟਰ ਦੇ ਵਿੱਚ ਖਾਲੀ ਪਈਆਂ ਨੇ ਜਿਸ ਵਾਸਤੇ 1,36,800 ਦਾ ਅੰਕੜਾ ਦੱਸਿਆ ਜਾ ਰਿਹਾ ਹੈ। ਅਲੱਗ-ਅਲੱਗ ਥਾਵਾਂ ਦੇ ਉੱਪਰ ਅਲੱਗ-ਅਲੱਗ ਸੈਕਟਰਸ ਵਿੱਚ ਇਸ ਸਮੇਂ ਲੇਬਰ ਦੀ ਘਾਟ ਨਜ਼ਰ ਆ ਰਹੀ ਹੈ। ਕਰੋਨਾ ਪੈਂਡੈਮਿਕ ਤੋਂ ਪਹਿਲਾਂ ਦੇ ਮੁਕਾਬਲੇ ਹੁਣ ਦੀ ਤੁਲਨਾ ਵਿੱਚ ਕਾਫੀ ਨੌਕਰੀਆਂ ਖਾਲੀ ਪਈਆਂ ਨੇ। 2022 ਦੇ ਪਹਿਲੇ ਕੁਆਰਟਰ ਦੌਰਾਨ ਵੈਕੈਂਸੀਜ਼ ਦੇ ਵਿੱਚ 91% ਦਾ ਵਾਧਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੰਸਟਰਕਸ਼ਨ ਦੇ ਖੇਤਰ ਵਿੱਚ ਵੀ ਕਾਫੀ ਨੌਕਰੀਆਂ ਖਾਲੀ ਪਈਆਂ ਨੇ। ਇੱਥੇ 81,500 ਦੇ ਕਰੀਬ ਖਾਲੀ ਨੌਕਰੀਆਂ ਨੇ ਜਿਨ੍ਹਾਂ ਨੂੰ ਲਗਾਤਾਰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 2021 ਦੇ ਚੌਥੇ ਕੁਆਰਟਰ ਦੇ ਮੁਕਾਬਲੇ ਇਸ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਮੈਨੂਫੈਕਚਰਿੰਗ ਤੇ ਰੀਟੇਲ ਟ੍ਰੇਡ ਸੈਕਟਰਸ ਵੀ ਅਜਿਹੇ ਹਨ ਜਿੱਥੇ ਖਾਲੀ ਨੌਕਰੀਆਂ ਵਿੱਚ ਵਾਧਾ ਦੱਸਿਆ ਜਾ ਰਿਹਾ ਹੈ। ਮੈਨੂਫੈਕਚਰਿੰਗ ਵਿੱਚ ਇਸ ਸਮੇਂ 87,400 ਨੌਕਰੀਆਂ ਖਾਲੀ ਪਈਆਂ ਨੇ ਤੇ ਰੀਟੇਲ ਟ੍ਰੇਡ ਇੰਪਲਾਇਰਸ ਵਾਸਤੇ ਇਹ ਅੰਕੜਾ 1,14,600 ਦਾ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਅਕੋਮੋਡੇਸ਼ਨ ਐਂਡ ਫੂਡ ਸਰਵਿਸਿਜ਼ ਵਿੱਚ 1,33,800 ਖਾਲੀ ਪੋਜੀਸ਼ਨਸ ਹਨ ਜਿਨ੍ਹਾਂ ਨੂੰ ਭਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਦੇ ਮੁਕਾਬਲੇ ਇਸ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪਹਿਲੇ ਕੁਆਰਟਰ ਦੌਰਾਨ ਇੱਥੇ ਅਨਇੰਪਲੋਇਮੈਂਟ 1.3% ਦੱਸੀ ਗਈ। 2020 ਦੇ ਇਸੇ ਕੁਆਰਟਰ ਦੌਰਾਨ ਇਹ ਅੰਕੜਾ 2.2 ਦਾ ਦੱਸਿਆ ਗਿਆ ਸੀ। ਅਲੱਗ-ਅਲੱਗ ਸੈਕਟਰਸ ਦੇ ਵਿੱਚ ਇਸ ਸਮੇਂ ਜੋ ਕਾਮਿਆਂ ਦੀ ਘਾਟ ਹੈ ਉਸ ਨੂੰ ਪੂਰਾ ਕਰਨ ਸੰਬੰਧੀ ਲਗਾਤਾਰ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਨੌਕਰੀਆਂ ਨੂੰ ਜਲਦ ਤੋਂ ਜਲਦ ਭਰਿਆ ਜਾ ਸਕੇ। ਵੈਨਕੂਵਰ ਵਾਸਤੇ ਮੌਸਮ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਇਸ ਵੀਕਐਂਡ ਦੌਰਾਨ ਮੌਸਮ ਗਰਮ ਰਹਿਣ ਵਾਲਾ ਹੈ। ਆਮ ਲੋਕਾਂ ਨੂੰ ਖਾਸ ਖਿਆਲ ਰੱਖਣ ਵਾਸਤੇ ਸਲਾਹ ਦਿੱਤੀ ਗਈ। এনवायरमेंट ਕੈਨੇਡਾ ਨੇ ਦੱਸਿਆ ਕਿ ਕਿਹੜੇ ਖੇਤਰ ਪ੍ਰਭਾਵਿਤ ਰਹਿਣਗੇ। ਵੈਨਕੂਵਰ ਵਾਸਤੇ ਸਪੈਸ਼ਲ ਵੈਦਰ ਸਟੇਟਮੈਂਟ ਜਾਰੀ ਕੀਤੀ ਗਈ ਹੈ ਜਿੱਥੇ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਵੀ ਵੱਧ ਦਰਜ ਕੀਤਾ ਜਾ ਸਕਦਾ ਹੈ। ਜੀ ਹਾਂ, ਇਹ ਵੈਦਰ ਸਟੇਟਮੈਂਟ ਇਸ ਹਫ਼ਤੇ ਵਾਸਤੇ ਜਾਰੀ ਕੀਤੀ ਗਈ। ਇਸ ਬਾਰੇ এনवायरमेंट ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਵੈਨਕੂਵਰ ਵਿੱਚ ਇਸ ਵੀਕਐਂਡ ਦੌਰਾਨ ਗਰਮੀ ਪੈ ਸਕਦੀ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਮੌਸਮ ਦਾ ਅਸਰ ਕਿਹੜੇ ਖੇਤਰਾਂ ਦੇ ਉੱਪਰ ਪਵੇਗਾ। ਇਸ ਵਿੱਚ ਮੈਟਰੋ ਵੈਨਕੂਵਰ ਸੈਂਟਰਲ ਜਿਸ ਵਿੱਚ ਸਿਟੀ ਆਫ ਵੈਨਕੂਵਰ, ਬਰਨਬੀ ਅਤੇ ਨਿਊ ਵੈਸਟਮਿੰਸਟਰ ਸ਼ਾਮਿਲ ਹੈ। ਮੈਟਰੋ ਵੈਨਕੂਵਰ ਨਾਰਥ ਸ਼ੋਰ ਜਿਸ ਵਿੱਚ ਵੈਸਟ ਵੈਨਕੂਵਰ ਅਤੇ ਨਾਰਥ ਵੈਨਕੂਵਰ ਸ਼ਾਮਿਲ ਹੈ। ਮੈਟਰੋ ਵੈਨਕੂਵਰ ਨਾਰਥ ਈਸਟ ਜਿਸ ਵਿੱਚ ਕੋਕੁਇਟਲਮ ਅਤੇ ਮੇਪਲ ਰਿਜ ਸ਼ਾਮਿਲ ਹੈ। ਮੈਟਰੋ ਵੈਨਕੂਵਰ ਸਾਊਥ ਈਸਟ ਜਿਸ ਵਿੱਚ ਸਰੀ ਤੇ ਲੈਂਗਲੀ ਸ਼ਾਮਿਲ ਹੈ। ਮੈਟਰੋ ਵੈਨਕੂਵਰ ਜਿਸ ਵਿੱਚ ਰਿਚਮੰਡ ਤੇ ਡੈਲਟਾ ਸ਼ਾਮਿਲ ਹੈ। ਇਹਨਾਂ ਥਾਵਾਂ ਵਾਸਤੇ ਵੈਦਰ ਸਟੇਟਮੈਂਟ ਜਾਰੀ ਕੀਤੀ ਗਈ ਹੈ। ਇਸ ਮੌਕੇ ਤੇ এনवायरमेंट ਕੈਨੇਡਾ ਵੱਲੋਂ ਆਮ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਆਪ ਨੂੰ ਇਸ ਗਰਮੀ ਤੋਂ ਬਚਾ ਕੇ ਰੱਖਣ, ਬਾਰ-ਬਾਰ ਪਾਣੀ ਪੀਂਦੇ ਰਹਿਣ ਤੇ ਹੋਰ ਵੀ ਛੋਟੀਆਂ-ਮੋਟੀਆਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਣ। ਵੈਨਕੂਵਰ ਵਾਸੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਆਪਣੇ ਪਾਲਤੂ ਜਾਨਵਰਾਂ ਨੂੰ ਗੱਡੀ ਵਿੱਚ ਨਾ ਛੱਡਣ।
ਤੇ ਬਿਨਾਂ ਜ਼ਰੂਰਤ ਦੇ ਘਰ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ। ਬਿਨਾਂ ਟੀਕੇ ਵਾਲੇ ਕਰਮਚਾਰੀਆਂ ਨੂੰ ਵਾਪਸ ਘਰ ਬਿਠਾ ਦਿੱਤਾ ਗਿਆ ਸੀ, ਪਰ ਹੁਣ ਬ੍ਰਿਟਿਸ਼ ਕੋਲੰਬੀਆ ਤੋਂ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਫੈਰੀਜ਼ ਵਿੱਚ ਸਟਾਫ ਦੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਜਿਸ ਅਨਵੈਕਸੀਨੇਟਡ ਸਟਾਫ ਨੂੰ ਛੁੱਟੀ ਤੇ ਭੇਜਿਆ ਗਿਆ ਸੀ, ਉਹਨਾਂ ਨੂੰ ਵਾਪਸ ਕੰਮ ਤੇ ਬੁਲਾਇਆ ਜਾ ਰਿਹਾ ਹੈ। ਕੈਨੇਡਾ ਵਿੱਚ ਕਈ ਥਾਵਾਂ ਤੇ ਅਨਵੈਕਸੀਨੇਟਡ ਸਟਾਫ ਨੂੰ ਘਰ ਭੇਜ ਦਿੱਤਾ ਗਿਆ ਸੀ, ਪਰ ਹੁਣ ਸਟਾਫ ਦੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਅਨਵੈਕਸੀਨੇਟਡ ਸਟਾਫ ਨੂੰ ਵੀ ਕੰਮ ਤੇ ਵਾਪਸ ਬੁਲਾਇਆ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਸਾਹਮਣੇ ਆਈ ਹੈ, ਜਿੱਥੇ ਫੈਰੀਜ਼ ਵਿੱਚ ਘੱਟ ਸਟਾਫ ਨੂੰ ਦੇਖਦਿਆਂ ਉਹਨਾਂ ਵੱਲੋਂ ਬਿਨਾਂ ਵੈਕਸੀਨ ਹਾਸਲ ਕੀਤੇ ਗਏ ਸਟਾਫ ਨੂੰ ਵੀ ਵਾਪਸ ਕੰਮ ਤੇ ਬੁਲਾਇਆ ਜਾ ਰਿਹਾ ਹੈ। ਕਈ ਸੈਕਟਰਸ ਵਾਂਗ ਬ੍ਰਿਟਿਸ਼ ਕੋਲੰਬੀਆ ਫੈਰੀਜ਼ ਨੂੰ ਵੀ ਵਰਕਰਸ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਿਲ ਵੀ ਆ ਰਹੀ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੀ ਉਹਨਾਂ ਨੇ ਜਿਸ ਸਟਾਫ ਨੂੰ ਛੁੱਟੀ ਦੇ ਦਿੱਤੀ ਸੀ, ਉਹਨਾਂ ਬਿਨਾਂ ਟੀਕਾ ਲਗਵਾਉਣ ਵਾਲੇ ਸਟਾਫ ਤੇ ਵਰਕਰਸ ਨੂੰ ਕੰਮ ਦੇ ਉੱਪਰ ਵਾਪਸ ਬੁਲਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੇ ਹਫਤੇ ਫੈਡਰਲ ਸਰਕਾਰ ਵੱਲੋਂ ਵੈਕਸੀਨੇਸ਼ਨ ਸੰਬੰਧੀ ਵੱਡੀ ਰਾਹਤ ਦਿੱਤੀ ਗਈ। ਉਹਨਾਂ ਵੱਲੋਂ ਡੋਮੈਸਟਿਕ ਟਰੈਵਲਰਸ ਵਾਸਤੇ ਐਲਾਨ ਕੀਤਾ ਗਿਆ ਕਿ ਜਿਹੜੇ ਬਿਨਾਂ ਟੀਕੇ ਵਾਲੇ ਡੋਮੈਸਟਿਕ ਟਰੈਵਲਰਸ ਹਨ, ਉਹ ਵੀ ਹੁਣ ਰੇਲ ਤੇ ਹਵਾਈ ਸਫ਼ਰ ਕਰ ਸਕਣਗੇ। ਇਹ ਫੈਸਲਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਤੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ। ਇਸ ਤੋਂ ਬਾਅਦ ਹੀ ਬ੍ਰਿਟਿਸ਼ ਕੋਲੰਬੀਆ ਫੈਰੀਜ਼ ਵੱਲੋਂ ਵੀ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਅਨਵੈਕਸੀਨੇਟਡ ਸਟਾਫ ਨੂੰ ਵਾਪਸ ਕੰਮ ਤੇ ਬੁਲਾਇਆ ਜਾ ਰਿਹਾ ਹੈ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਫੈਰੀਜ਼ ਵੱਲੋਂ ਜਿਨ੍ਹਾਂ ਵਰਕਰਸ ਨੇ ਕੋਵਿਡ-19 ਵੈਕਸੀਨ ਹਾਸਲ ਨਹੀਂ ਕੀਤੀ ਸੀ, ਇਸ ਤਰ੍ਹਾਂ ਦੇ 150 ਕਰਮਚਾਰੀਆਂ ਨੂੰ ਬਿਨਾਂ ਤਨਖਾਹ ਤੇ ਛੁੱਟੀ ਦੇ ਦਿੱਤੀ ਸੀ, ਪਰ ਹੁਣ ਇੱਥੇ ਭਾਰੀ ਸਟਾਫ ਦੀ ਕਮੀ ਨਜ਼ਰ ਆ ਰਹੀ ਹੈ, ਜਿਸ ਕਾਰਨ ਕਾਫੀ ਚੀਜ਼ਾਂ ਪ੍ਰਭਾਵਿਤ ਹੋ ਰਹੀਆਂ ਨੇ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੀ ਬ੍ਰਿਟਿਸ਼ ਕੋਲੰਬੀਆ ਫੈਰੀਜ਼ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਵੱਲੋਂ ਅਨਵੈਕਸੀਨੇਟਡ ਸਟਾਫ ਨੂੰ ਵਾਪਸ ਕੰਮ ਤੇ ਬੁਲਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਘਰੇ ਬਿਠਾ ਦਿੱਤਾ ਗਿਆ ਸੀ। ਬ੍ਰੈਂਪਟਨ ਵਿੱਚ ਗੋਲੀਆਂ ਚੱਲੀਆਂ, ਜਿਸ ਸੰਬੰਧੀ ਪੁਲਿਸ ਨੇ ਕਾਰਵਾਈ ਕੀਤੀ ਹੈ। ਕਾਰਵਾਈ ਦੌਰਾਨ ਉਹਨਾਂ ਵੱਲੋਂ 2 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਤੀਸਰੇ ਦੀ ਭਾਲ ਕੀਤੀ ਜਾ ਰਹੀ ਹੈ, ਜੋ ਕਿ ਪੰਜਾਬੀ ਮੂਲ ਦਾ ਦੱਸਿਆ ਜਾ ਰਿਹਾ ਹੈ। ਬ੍ਰੈਂਪਟਨ ਵਿੱਚ ਗੋਲੀਆਂ ਚੱਲੀਆਂ ਤੇ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ ਗਈ ਹੈ। ਉਹਨਾਂ ਨੇ 2 ਵਿਅਕਤੀਆਂ ਦੇ ਉੱਪਰ ਗੋਲੀਬਾਰੀ ਦੀ ਘਟਨਾ ਦੇ ਸੰਬੰਧ ਵਿੱਚ ਚਾਰजेस ਲਗਾਏ ਹਨ। ਪੀਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ 2 ਟੀਨੇਜਰਸ ਉੱਪਰ ਚਾਰजेस ਲਗਾਏ ਗਏ, ਜਦਕਿ ਤੀਸਰੇ ਸਸਪੈਕਟ ਦੀ ਉਹਨਾਂ ਵੱਲੋਂ ਅਜੇ ਭਾਲ ਕੀਤੀ ਜਾ ਰਹੀ ਹੈ, ਜੋ ਕਿ ਬ੍ਰੈਂਪਟਨ ਦੀ ਗੋਲੀਬਾਰੀ ਦੇ ਮਾਮਲੇ ਨਾਲ ਜੁੜਿਆ ਹੋਇਆ ਹੈ। ਦੱਸ ਦਈਏ ਕਿ ਪਿਛਲੇ ਹਫਤੇ ਇੱਥੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਕਾਰਨ 20 ਸਾਲਾ ਲੜਕੇ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। 20 ਜੂਨ ਨੂੰ ਇੱਥੇ ਰਾਤ 11 ਵਜੇ ਦੇ ਕਰੀਬ ਗੋਲੀਆਂ ਚੱਲੀਆਂ ਸਨ। ਜਦੋਂ ਪੁਲਿਸ ਅਧਿਕਾਰੀ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਦੇਖਿਆ ਕਿ 20 ਸਾਲਾ ਲੜਕਾ ਇੱਥੇ ਜ਼ਖਮੀ ਹਾਲਤ ਵਿੱਚ ਸੀ, ਜਿਸ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ। ਇਸ ਲੜਕੇ ਨੂੰ ਤੁਰੰਤ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਹੁਣ ਤੱਕ ਇਸ ਮਾਮਲੇ ਸੰਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ 2 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਉੱਪਰ ਚਾਰजेस ਵੀ ਲਗਾਏ ਗਏ ਨੇ। ਇਹਨਾਂ 2 ਲੜਕਿਆਂ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕੀਤੀ ਗਈ। ਇੱਕ ਦੀ ਉਮਰ 18 ਸਾਲ ਦੇ ਕਰੀਬ ਦੱਸੀ ਗਈ, ਜਿਸ ਦਾ ਨਾਮ ਅਲੈਗਜ਼ੈਂਡਰ ਮਹਾਰਾਜ ਹੈ। ਇਸ ਉੱਪਰ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਚਾਰजेस ਲਗਾਏ ਗਏ ਹਨ। ਦੂਸਰੇ ਲੜਕੇ ਦਾ ਨਾਮ ਕੁਮਾਰਤ ਹਾਸਨ ਦੱਸਿਆ ਜਾ ਰਿਹਾ ਹੈ, ਜਿਸ ਦੇ ਉੱਪਰ ਗੋਲੀਬਾਰੀ ਦੀ ਘਟਨਾ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਹੁਣ ਪੁਲਿਸ ਵੱਲੋਂ ਤੀਸਰੇ ਸਸਪੈਕਟ ਦੀ ਭਾਲ ਕੀਤੀ ਜਾ ਰਹੀ ਹੈ, ਜੋ ਕਿ ਪੰਜਾਬੀ ਮੂਲ ਦਾ ਦੱਸਿਆ ਜਾ ਰਿਹਾ ਹੈ। ਇਸ ਦਾ ਨਾਮ ਹਰਨੂਰ ਥਿੰਦ ਤੇ ਉਮਰ 20 ਸਾਲ ਦੇ ਕਰੀਬ ਦੱਸੀ ਗਈ ਹੈ। ਇਹ ਤਿੰਨੋਂ ਜਾਣੇ ਜਿਹੜੇ ਇਸ ਘਟਨਾ ਨਾਲ ਜੁੜੇ ਹੋਏ ਸਸਪੈਕਟ ਨੇ, ਬ੍ਰੈਂਪਟਨ ਨਾਲ ਹੀ ਜੁੜੇ ਦੱਸੇ ਗਏ। ਹੁਣ ਪੁਲਿਸ ਵੱਲੋਂ ਇਸ ਗੋਲੀਬਾਰੀ ਦੇ ਮਾਮਲੇ ਸੰਬੰਧੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਬਾਕੀ ਦੀ ਅਪਡੇਟ ਦਿੱਤੀ ਜਾਵੇਗੀ। ਗੱਡੀ ਚੋਰੀ ਕਰਨ ਦੇ ਮਾਮਲੇ ਵਿੱਚ 2 ਜਾਣੇ ਕਾਬੂ ਕੀਤੇ ਗਏ ਨੇ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਕਿਵੇਂ ਲਗਾਤਾਰ ਕਾਰਜੈਕਿੰਗ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਇਹ ਪਤਾ ਚੱਲਿਆ ਕਿ ਜਿਹੜੇ 2 ਜਾਣੇ ਹਿਰਾਸਤ ਵਿੱਚ ਲਏ ਗਏ, ਉਹਨਾਂ ਵੱਲੋਂ ਬੰਦੂਕ ਦੀ ਨੋਕ ਤੇ ਰੇਂਜ ਰੋਵਰ ਗੱਡੀ ਲੁੱਟੀ ਗਈ। ਬੰਦੂਕ ਦੀ ਨੋਕ ਤੇ ਗੱਡੀਆਂ ਲੁੱਟਣ ਦੇ ਕਈ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ। ਤਾਜ਼ਾ ਮਾਮਲਾ ਬਰਲਿੰਗਟਨ ਤੋਂ ਸਾਹਮਣੇ ਆਇਆ, ਜਿਸ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਬੰਦੂਕ ਦੀ ਨੋਕ ਤੇ ਗੱਡੀ ਲੁੱਟਣ ਵਾਲੇ 2 ਜਾਣਿਆਂ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਬਾਰੇ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜਿਨ੍ਹਾਂ ਵੱਲੋਂ ਬੰਦੂਕ ਦੀ ਨੋਕ ਤੇ ਗੱਡੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੂੰ ਕੁਝ ਹੀ ਘੰਟਿਆਂ ਦੌਰਾਨ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਹ ਮਾਮਲਾ 4:50 ਦੇ ਕਰੀਬ ਬਰਲੋਕ ਡਰਾਈਵ ਤੋਂ ਸਾਹਮਣੇ ਆਇਆ। ਪੁਲਿਸ ਵੱਲੋਂ ਦੱਸਿਆ ਗਿਆ ਕਿ ਇੱਕ ਔਰਤ ਆਪਣੀ ਰੇਂਜ ਰੋਵਰ ਗੱਡੀ ਵਿੱਚ ਜਾ ਰਹੀ ਸੀ। ਉਸੇ ਦੌਰਾਨ ਸਸਪੈਕਟਸ ਉਸ ਵੱਲ ਆਏ ਅਤੇ ਉਹਨਾਂ ਦੇ ਹੱਥ ਵਿੱਚ ਹਥਿਆਰ ਫੜਿਆ ਹੋਇਆ ਸੀ। ਇਹਨਾਂ ਸਸਪੈਕਟਸ ਵੱਲੋਂ ਔਰਤ ਨੂੰ ਕਿਹਾ ਗਿਆ ਕਿ ਉਹ ਆਪਣਾ ਵਾਹਨ ਛੱਡ ਦੇਵੇ। ਇੱਕ ਸਸਪੈਕਟ ਰੇਂਜ ਰੋਵਰ ਲੈ ਕੇ ਫਰਾਰ ਹੋ ਗਿਆ। ਬਾਅਦ ਵਿੱਚ ਰੇਂਜ ਰੋਵਰ ਹਾਦਸੇ ਦਾ ਸ਼ਿਕਾਰ ਹੋਈ, ਜਿਸ ਬਾਰੇ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਇਸ ਦੌਰਾਨ ਸਸਪੈਕਟ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇੱਕ ਫੀਮੇਲ ਸਸਪੈਕਟ ਨੂੰ ਵੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਅਰੈਸਟ ਕੀਤਾ ਗਿਆ ਹੈ, ਜੋ ਕਿ
ਟ੍ਰੈਫਿਕ ਸਟਾਪ ਦੌਰਾਨ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ। ਫਿਲਹਾਲ ਪੁਲਿਸ ਇਸ ਮਾਮਲੇ ਦੇ ਬਾਰੇ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਜਾਏਗੀ। ਪਰ ਪੁਲਿਸ ਵੱਲੋਂ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਹੁਣ ਤੱਕ ਕਾਰ ਜੈਕਿੰਗ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਵਿੱਚੋਂ ਕਈਆਂ ਦੇ ਉੱਪਰ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਕੈਨੇਡਾ ਵਿੱਚ ਮੌਂਕੀਪੌਕਸ ਵਾਇਰਸ ਦੇ ਕਈ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ। ਟੋਰਾਂਟੋ ਤੋਂ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ 10 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਓਨਟਾਰੀਓ ਸੂਬੇ ਵਿੱਚ ਵੀ ਹੁਣ ਤੱਕ ਕਈ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ। ਹੁਣ ਤੱਕ ਕਈ ਦੇਸ਼ਾਂ ਵਿੱਚ ਮੌਂਕੀਪੌਕਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਕੈਨੇਡਾ ਵਿੱਚ ਵੀ ਇਸ ਵਾਇਰਸ ਦਾ ਫੈਲਾਅ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਟੋਰਾਂਟੋ ਤੋਂ 10 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਬਾਰੇ ਸਿਹਤ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ। ਜੀ ਹਾਂ, ਟੋਰਾਂਟੋ ਵਿੱਚ ਹੈਲਥ ਆਫੀਸ਼ੀਅਲਸ ਦਾ ਕਹਿਣਾ ਹੈ ਕਿ 10 ਹੋਰ ਮੌਂਕੀਪੌਕਸ ਦੇ ਮਾਮਲੇ ਸਾਹਮਣੇ ਆਏ ਨੇ, ਜਿਸ ਤੋਂ ਬਾਅਦ ਹੁਣ ਤੱਕ ਇੱਥੇ ਆਉਣ ਵਾਲੇ ਮੌਂਕੀਪੌਕਸ ਵਾਇਰਸ ਮਾਮਲਿਆਂ ਦੀ ਗਿਣਤੀ 33 ਦੇ ਉੱਪਰ ਪਹੁੰਚ ਗਈ। ਪਬਲਿਕ ਹੈਲਥ ਓਨਟਾਰੀਓ ਵੱਲੋਂ ਦੱਸਿਆ ਗਿਆ ਕਿ ਜਿਹੜੇ ਸੂਬੇ ਵਿੱਚ 33 ਕੇਸ ਸਾਹਮਣੇ ਆਏ ਨੇ, ਉਸ ਵਿੱਚੋਂ 28 ਮਾਮਲੇ ਟੋਰਾਂਟੋ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਇਹ ਜਿਹੜੇ ਪੂਰੇ ਹੁਣ ਤੱਕ ਦੇ ਮਾਮਲੇ ਦਰਜ ਕੀਤੇ ਗਏ ਸਾਰੇ ਵਿਅਕਤੀਆਂ ਦੇ ਵਿੱਚ ਪਾਏ ਗਏ ਹਨ। ਇਸ ਤੋਂ ਇਲਾਵਾ ਕੁਝ ਸਸਪੈਕਟਡ ਕੇਸਿਸ ਦੀ ਅਜੇ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਬਾਰੇ ਹੈਲਥ ਆਫੀਸ਼ੀਅਲਸ ਵੱਲੋਂ ਹੋਰ ਕੀ ਜਾਣਕਾਰੀ ਦਿੱਤੀ ਗਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। And again, prefacing this conversation with, this outbreak response obviously has to be, very, it has to be done in a manner that really is respectful of the community that it serves, and said with respect, with no stigma, with no moralization. But we know that at least in Canada, many of the people infected with monkeypox are part of the men who have sex with men community, and really that's who these vaccines are really geared for at this point in time. So these are community-based clinics. There's significant involvement of the men who have sex with men community who are helping run and lead the outbreak response and run and lead these clinics with community partners and with Toronto Public Health. But that's really who it's geared for at this point in time, because that's currently who the infection is. That's who's currently infected with this. I just want to remind people, though, again, this is a transmissible infectious disease. It obviously is in one particular community at this point in time, but of course, if time goes on and this is not controlled, of course, anyone is susceptible to this. So there's nothing unique about any particular community, but it just happens to be in this community. That's why there's community-based and community-focused vaccine clinics at this point in time. ਸੰਮੇਲਨ ਵਿੱਚ ਹਿੱਸਾ ਲੈਣ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰਵਾਂਡਾ ਪਹੁੰਚੇ, ਜਿੱਥੇ ਉਹਨਾਂ ਵੱਲੋਂ ਕਈ ਲੀਡਰਸ ਨਾਲ ਮੁਲਾਕਾਤ ਕੀਤੀ ਜਾਵੇਗੀ। ਪਿਛਲੇ ਦਿਨੀ ਪ੍ਰਧਾਨ ਮੰਤਰੀ ਵੱਲੋਂ ਰਵਾਂਡਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਗਈ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਸੰਮੇਲਨ ਦੇ ਵਿੱਚ ਰੂਸ ਤੇ ਯੂਕਰੇਨ ਦਾ ਮੁੱਦਾ ਅਹਿਮ ਰਹਿਣ ਵਾਲਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰਵਾਂਡਾ ਪਹੁੰਚੇ ਨੇ, ਜਿੱਥੇ ਉਹ ਇੱਕ ਸੰਮੇਲਨ ਵਿੱਚ ਹਿੱਸਾ ਲੈਣਗੇ। ਜੀ ਹਾਂ, ਕਾਮਨਵੈਲਥ ਸਿਖਰ ਸੰਮੇਲਨ ਵਿੱਚ ਸ਼ਾਮਿਲ ਹੋਣ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰਵਾਂਡਾ ਪਹੁੰਚੇ। ਇੱਥੇ ਪ੍ਰਧਾਨ ਮੰਤਰੀ ਵੱਲੋਂ ਰੂਸ ਸੰਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਮਨਵੈਲਥ ਦੇਸ਼ਾਂ ਦੇ ਸਿਖਰ ਸੰਮੇਲਨ ਵਿੱਚ ਸ਼ਾਮਿਲ ਹੋਣ ਵਾਸਤੇ ਰਵਾਂਡਾ ਦੇ ਕਿਗਾਲੀ ਸ਼ਹਿਰ ਵਿੱਚ ਪਹੁੰਚ ਗਏ ਨੇ। ਪੈਂਡੈਮਿਕ ਤੋਂ ਬਾਅਦ ਕਾਮਨਵੈਲਥ ਦੇਸ਼ਾਂ ਦਾ ਇਹ ਪਹਿਲਾ ਸੰਮੇਲਨ ਹੈ। ਯੂਕਰੇਨ ਵਿੱਚ ਚੱਲ ਰਹੀ ਜੰਗ ਦਾ ਪਰਛਾਵਾਂ ਵੀ ਸੰਮੇਲਨ ਵਿੱਚ ਦੇਖਿਆ ਜਾ ਸਕਦਾ ਹੈ। ਇਸ ਸੰਮੇਲਨ ਦੌਰਾਨ ਕਈ ਚੀਜ਼ਾਂ ਦੇ ਉੱਪਰ, ਕਈ ਮੁੱਦਿਆਂ ਉੱਪਰ ਚਰਚਾ ਕੀਤੀ ਜਾ ਸਕਦੀ ਹੈ। ਇੱਥੇ ਵੀ ਦੱਸ ਦਈਏ ਕਿ ਬਹੁਤ ਸਾਰੇ ਦੇਸ਼ ਅਜਿਹੇ ਸਨ ਜਿਨ੍ਹਾਂ ਨੇ ਰੂਸ ਵੱਲੋਂ ਯੂਕਰੇਨ ਤੇ ਕੀਤੇ ਗਏ ਹਮਲੇ ਤੋਂ ਬਾਅਦ ਸੰਯੁਕਤ ਰਾਸ਼ਟਰ ਵਿੱਚ ਰੂਸ ਖਿਲਾਫ ਮਤੇ ਤੇ ਵੋਟ ਨਹੀਂ ਪਾਈ ਸੀ, ਅਤੇ ਇਹ ਮੁੱਦਾ ਵੀ ਸੰਮੇਲਨ ਵਿੱਚ ਗੱਲਬਾਤ ਦਾ ਵਿਸ਼ਾ ਹੋਣ ਦੀ ਉਮੀਦ ਹੈ। ਇੱਕ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਹਾ ਗਿਆ ਸੀ ਕਿ ਯੂਕਰੇਨ ਦੇ ਭਾਈਵਾਲਾਂ ਨੂੰ ਚੁਣੌਤੀ ਇਹ ਹੈ ਕਿ ਰੂਸ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਨੂੰ ਲੈ ਕੇ ਸਹਿਮਤ ਨਾ ਹੋਣ ਵਾਲੇ ਦੇਸ਼ਾਂ ਨਾਲ ਬਿਹਤਰ ਤਰੀਕੇ ਨਾਲ ਗੱਲਬਾਤ ਕਰਨਾ ਅਤੇ ਉਹਨਾਂ ਨੂੰ ਇਹ ਸਮਝਾਉਣਾ ਕਿ ਰੂਸ ਪੂਰੀ ਦੁਨੀਆ ਨੂੰ ਅਸਥਿਰ ਕਰਨਾ ਚਾਹੁੰਦਾ ਹੈ ਤੇ ਕਾਨੂੰਨ ਤੇ ਡੈਮੋਕ੍ਰੇਸੀ ਵਾਸਤੇ ਵੀ ਇੱਕ ਖਤਰਾ ਹੈ। ਇਸ ਮੌਕੇ ਤੇ ਟਰੂਡੋ ਨੇ ਕਿਹਾ ਸੀ ਕਿ ਇਹ ਸਿਰਫ ਯੂਰਪੀ ਦੇਸ਼ ਦੀ ਨਹੀਂ ਬਲਕਿ ਸਾਰੇ ਦੇਸ਼ਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਦੁਨੀਆ ਦੇ ਨਿਜ਼ਾਮ ਨੂੰ ਬਦਲਣ ਦੀਆਂ ਰੂਸ ਦੀਆਂ ਕੋਸ਼ਿਸ਼ਾਂ ਦੇ ਖਿਲਾਫ ਖੜੇ ਹੋਣ। ਜ਼ਿਕਰਯੋਗ ਹੈ ਕਿ 10 ਕਾਮਨਵੈਲਥ ਦੇਸ਼ ਬੰਗਲਾਦੇਸ਼, ਭਾਰਤ, ਮੋਜ਼ਾਮਬੀਕ, ਪਾਕਿਸਤਾਨ, ਸਾਊਥ ਅਫਰੀਕਾ, ਸ਼੍ਰੀਲੰਕਾ, ਤੰਜ਼ਾਨੀਆ, ਯੂਗਾਂਡਾ ਅਤੇ ਹੋਰ ਕੁਝ ਦੇਸ਼ਾਂ ਵੱਲੋਂ ਮਾਰਚ ਮਹੀਨੇ ਰੂਸ ਖਿਲਾਫ ਮਤੇ ਤੇ ਵੋਟ ਨਾ ਪਾਉਣ ਦਾ ਫੈਸਲਾ ਕੀਤਾ ਸੀ। ਟਰੂਡੋ ਨੇ ਕਿਹਾ ਕਿ ਭਾਰਤ ਅਤੇ ਸਾਊਥ ਅਫਰੀਕਾ ਨੂੰ ਯੂਕਰੇਨ ਜੰਗ ਵਿੱਚ ਰੂਸ ਦਾ ਵਿਰੋਧ ਕਰਨ ਲਈ ਰਾਜ਼ੀ ਕਰਨ ਵਾਸਤੇ ਦਲੀਲ ਮੌਜੂਦ ਹੈ, ਕਿਉਂਕਿ ਇਹ ਦੇਸ਼ ਆਪਣੀ ਡੈਮੋਕ੍ਰੇਸੀ ਅਤੇ ਹੋਰ ਕਈ ਚੀਜ਼ਾਂ ਵਿੱਚ ਵਿਸ਼ਵਾਸ ਰੱਖਦੇ ਹਨ। ਇੱਥੇ ਵੀ ਦੱਸ ਦਈਏ ਕਿ ਪਿਛਲੇ ਹਫ਼ਤੇ ਟਰੂਡੋ ਵੱਲੋਂ ਰਵਾਂਡਾ ਦੇ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ ਗਈ ਸੀ।
ਹੁਣ ਈਵੈਂਟ ਦੌਰਾਨ ਉਹਨਾਂ ਵੱਲੋਂ ਕਈ ਹੋਰ ਵੱਡੇ ਲੀਡਰਸ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਨੋਵਾ ਸਕੋਸ਼ੀਆ ਵੱਲੋਂ ਸਖਤੀ ਬਾਅਦ ਰਾਹਤ ਦੀ ਖਬਰ, ਅਜੇ ਨਹੀਂ ਬੰਦ ਹੋਏ ਪੀਆਰ ਦੇ ਰਸਤੇ। ਪਾਸਪੋਰਟ ਹਾਸਲ ਕਰਨ 'ਚ ਦੇਰੀ ਤੇ ਟਰੂਡੋ ਦਾ ਬਿਆਨ, ਕਿਹਾ ਏ ਦੇਰੀ ਨਹੀਂ ਮਨਜ਼ੂਰ। ਮਹਿੰਗਾਈ ਨੇ ਤੋੜਿਆ 4 ਦਹਾਕਿਆਂ ਦਾ ਰਿਕਾਰਡ, ਮਹਿੰਗਾਈ ਦਰ ਪਹੁੰਚੀ 7.7% ਤੇ। ਫਿਲਮਾਂ ਦੇਖਣੀਆਂ ਹੋਈਆਂ ਹੋਰ ਮਹਿੰਗੀਆਂ, ਆਨਲਾਈਨ ਟਿਕਟਾਂ ਦੀ ਕੀਮਤ ਵਿੱਚ ਵਾਧਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।